ਹਾਂਜੀ ਹੈਲੋ ਸਟੂਡੈਂਟਸ। ਹਾਂਜੀ ਸਾਡਾ ਅੱਜ ਦਾ ਟੌਪਿਕ ਹੈ ਜਰਨਲ ਦੇ ਵਿੱਚ ਤੁਸੀਂ ਕਿਵੇਂ ਪੋਸਟਿੰਗ ਕਰਦੇ ਹੋ ਐਂਟਰੀ ਵਾਈਜ਼ ਡੇਟ ਵਾਈਜ਼। ਤਾਂ ਸਭ ਤੋਂ ਪਹਿਲਾਂ ਤੁਹਾਡਾ ਹੈਗਾ ਜੀ ਇੱਕ ਕੁਐਸਚਨ ਦੇ ਅਕੋਰਡਿੰਗ ਤੁਹਾਨੂੰ ਸਮਝਾ ਦਿੰਦੇ ਹਾਂ। ਰਿਕਾਰਡ ਦਾ ਫੋਲੋਇੰਗ ਟ੍ਰਾਂਜੈਕਸ਼ਨ ਇਨ ਦਾ ਬੁੱਕਸ ਆਫ C.K. ਪ੍ਰਹਲਾਦ। ਠੀਕ ਹੈ ਜੀ। ਤਾਂ ਤੁਹਾਡੇ ਕੋਲ ਇੱਕ ਕੁਐਸਚਨ ਆ ਜੋ ਦਿੱਤਾ ਹੋਇਆ ਹੈ। ਤਾਂ 2011 ਦੀਆਂ ਜੋ ਜਰਨਲਸ ਦਿੱਤੀਆਂ ਹੋਈਆਂ ਤੁਹਾਨੂੰ ਟ੍ਰਾਂਜੈਕਸ਼ਨ ਦਿੱਤੀਆਂ ਹੋਈਆਂ ਨੇ। April 1 ਦੀ ਜਿਹੜੀ ਟ੍ਰਾਂਜੈਕਸ਼ਨ ਆ ਪ੍ਰਹਲਾਦ ਕਮੈਂਸ ਬਿਜ਼ਨਸ ਵਿਦ ਕੈਸ਼। ਤਾਂ ਇਹਦੀ ਦੇਖੋ ਤੁਸੀਂ ਕਿਵੇਂ ਐਂਟਰੀ ਕਰੋਗੇ। ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਬੇਟਾ ਵੀ ਇਸ ਦਾ ਪਰਫੋਰਮਾ ਕਿੱਦਾਂ ਬਣਾਇਆ ਜਾਂਦਾ ਹੈ। ਪਰਫੋਰਮਾ ਸਭ ਤੋਂ ਪਹਿਲਾਂ ਜਰਨਲ ਐਂਟਰੀਜ਼ ਇਨ ਦਾ ਬੁੱਕਸ ਆਫ C.K. ਪ੍ਰਹਲਾਦ। ਠੀਕ ਹੈ ਜੀ, ਜੋ ਆਪਣੇ ਕੁਐਸਚਨ ਦੇ ਵਿੱਚ ਉੱਪਰ ਹੈਡਿੰਗ ਦਿੱਤਾ ਹੋਊਗਾ। ਇਸ ਤੋਂ ਬਾਅਦ ਇੱਕ ਸਾਈਡ 'ਤੇ ਤੁਹਾਡਾ ਜਿਹੜਾ ਕਾਲਮ ਬਣਦਾ ਹੈ ਉਹ ਬਣਦਾ ਹੈ ਡੇਟ ਵਾਲਾ। ਡੇਟ, ਪਰਟੀਕੂਲਰ, LF, ਡੈਬਿਟ ਆਈਟਮਸ, ਡੈਬਿਟ ਅਮਾਊਂਟ ਐਂਡ ਕ੍ਰੈਡਿਟ ਅਮਾਊਂਟ। ਓਕੇ ਜੀ। ਤਾਂ ਸਭ ਤੋਂ ਪਹਿਲਾਂ ਡੇਟ ਜਿਹਦੇ ਵਿੱਚ ਆਪਾਂ ਪਾਉਂਦੇ ਹਾਂ 2011 April 1। ਓਕੇ ਜੀ। April 1 ਦੇ ਵਿੱਚ ਤੁਹਾਡੀ ਹੁਣ ਐਂਟਰੀ ਹੋਵੇਗੀ। ਤਾਂ ਇਸ ਕਿਸ ਤਰ੍ਹਾਂ ਹੋਵੇਗੀ? ਪ੍ਰਹਲਾਦ ਕਮੈਂਸ ਬਿਜ਼ਨਸ ਵਿਦ ਕੈਸ਼। ਪ੍ਰਹਲਾਦ ਨੇ ਵਪਾਰ ਨੂੰ ਸ਼ੁਰੂ ਕੀਤਾ ਕੈਸ਼ 2,40,000 ਲਗਾ ਕੇ। ਤਾਂ ਜਰਨਲ ਐਂਟਰੀ ਦੇਖੋ ਜੀ ਕਿਵੇਂ ਕਰਦੇ ਹੋ ਤੁਸੀਂ। ਬਿਜ਼ਨਸ ਦੇ ਵਿੱਚ ਜਿੰਨੇ ਪੈਸੇ ਆਏ ਨੇ ਤਾਂ ਉਸਨੂੰ ਡੈਬਿਟ ਲਿਖੋਗੇ, ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ। ਓਕੇ ਜੀ। ਕੈਪੀਟਲ ਦੇ ਰੂਪ ਵਿੱਚ ਆਏ ਆ ਤਾਂ ਟੂ ਕੈਪੀਟਲ। ਓਕੇ ਜੀ। ਤਾਂ ਜਦੋਂ ਵੀ ਤੁਸੀਂ ਪਹਿਲੀ ਐਂਟਰੀ ਕਰਨੀ ਹੈ ਬਿਜ਼ਨਸ ਸਟਾਰਟ ਕਰਨ ਵਾਲੀ ਤਾਂ ਹਮੇਸ਼ਾ ਪਹਿਲੀ ਐਂਟਰੀ ਤੁਹਾਡੀ ਇੱਦਾਂ ਹੀ ਹੋਊਗੀ, ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ। ਹਾਂਜੀ, ਫਿਰ ਇੱਥੇ ਅਮਾਊਂਟ ਤੁਸੀਂ ਫਿਲ ਕਰ ਦੋਗੇ 2,40,000 ਡੈਬਿਟ ਦੇ ਵਿੱਚ ਅਤੇ ਕ੍ਰੈਡਿਟ ਦੇ ਵਿੱਚ 2,40,000। ਓਕੇ ਜੀ। ਇਸ ਤੋਂ ਬਾਅਦ ਸੈਕਿੰਡ ਐਂਟਰੀ ਇੱਕ ਲਾਈਨ ਲਗਾ ਕੇ ਫਸਟ ਐਂਟਰੀ ਨੂੰ ਤੁਸੀਂ ਖ਼ਤਮ ਕਰ ਦੋਗੇ ਅਤੇ ਸੈਕਿੰਡ ਐਂਟਰੀ ਦੇ ਲਈ ਤੁਸੀਂ ਡੇਟ ਉਹਦੀ ਪਾਉਣੀ ਸਟਾਰਟ ਕਰੋਗੇ April 4। ਹਾਂਜੀ, April 4 ਦੇ ਵਿੱਚ ਤੁਹਾਡਾ ਲਿਖਿਆ ਹੋਇਆ ਕੈਸ਼ ਵਿਦਡਰਾ ਫਰੋਮ ਬਿਜ਼ਨਸ ਫਾਰ ਪਰਸਨਲ ਯੂਜ਼। ਜਦੋਂ ਤੁਸੀਂ ਬਿਜ਼ਨਸ ਦੇ ਵਿੱਚ ਪੈਸਾ ਲਗਾਉਂਦੇ ਹੋ ਤਾਂ ਇਟ ਮੀਨਸ ਕੈਸ਼ ਅਕਾਊਂਟ ਡੈਬਿਟ ਹੋ ਜਾਂਦਾ। ਜਦੋਂ ਬਿਜ਼ਨਸ ਦੇ ਵਿੱਚੋਂ ਪੈਸਾ ਕਢਾਉਂਦੇ ਹੋ ਪਰਸਨਲ ਯੂਜ਼ ਦੇ ਲਈ ਤਾਂ ਇਟ ਮੀਨਸ ਜਿਹੜਾ ਤੁਹਾਡਾ ਕੈਸ਼ ਆ ਉਹ ਵਿਦਡਰਾ ਹੋ ਰਿਹਾ ਤਾਂ ਬਿਜ਼ਨਸ ਦੇ ਵਿੱਚੋਂ ਨਿਕਲ ਰਿਹਾ ਹੈ। ਠੀਕ ਹੈ ਜੀ। ਤਾਂ ਤੁਸੀਂ ਡੈਬਿਟ ਕੀ ਕਰੋਗੇ? ਡਰਾਇੰਗ। ਜਦੋਂ ਵੀ ਤੁਸੀਂ ਪਰਸਨਲ ਯੂਜ਼ ਦੇ ਲਈ ਯੂਜ਼ ਕਰਦੇ ਹੋ ਤਾਂ ਅਕਾਊਂਟਸ ਦੇ ਵਿੱਚ ਉਹਨੂੰ ਡਰਾਇੰਗਸ ਲਿਖਿਆ ਜਾਂਦਾ। ਡਰਾਇੰਗ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਕਿਉਂਕਿ ਵਿਡਰਾ ਤੁਸੀਂ ਕੈਸ਼ ਕਰਵਾਇਆ ਤਾਂ ਟੂ ਕੈਸ਼। ਜੇ ਵਿਡਰਾ ਤੁਸੀਂ ਕੋਈ ਐਸੈਟਸ ਕਰਾਉਂਦੇ ਹੋ ਤਾਂ ਐਸੈਟਸ ਦਾ ਨਾਮ। ਜੇ ਤੁਸੀਂ ਵਿਡਰਾ ਕੋਈ ਕਾਰ ਵਗੈਰਾ ਕਰਾਉਂਦੇ ਹੋ ਤਾਂ ਕਾਰ ਦਾ ਨਾਮ। ਠੀਕ ਹੈ ਜੀ। ਤਾਂ ਜੋ ਚੀਜ਼ ਵਿਡਰਾ ਕਰਵਾਈ ਜਾਊਗੀ ਨੀਚੇ ਉਹਦਾ ਨਾਮ ਆ ਜਾਊਗਾ ਟੂ ਕਰਕੇ, ਅਤੇ ਡੈਬਿਟ ਸਾਈਡ 'ਤੇ ਡਰਾਇੰਗ ਹੀ ਲਿਖਿਆ ਜਾਊਗਾ ਜਦੋਂ ਤੁਸੀਂ ਪਰਸਨਲ ਯੂਜ਼ ਕਰਦੇ ਹੋ ਬੇਟਾ। ਓਕੇ ਜੀ। ਤਾਂ ਦੇਖੋ ਜੀ ਕਿੰਨੀ ਅਮਾਊਂਟ ਵਿਡਰਾ ਕਰਵਾਈ ਹੈ? 18,500। ਡੈਬਿਟ ਸਾਈਡ ਤੇ ਵੀ ਅਤੇ ਕ੍ਰੈਡਿਟ ਸਾਈਡ 'ਤੇ ਵੀ, ਦੋਨੋਂ ਸਾਈਡ 'ਤੇ ਤੁਸੀਂ ਸੇਮ ਅਮਾਊਂਟ ਲਿਖਦੇ ਜਾਂਦੇ ਹੋ। ਇਸ ਤੋਂ ਬਾਅਦ ਨੈਕਸਟ ਤੁਹਾਡੀ ਹੈਗੀ April 4 ਦੀ ਐਂਡ April 4 ਤੋਂ ਬਾਅਦ April 10। ਐਡੀਸ਼ਨਲ ਕੈਪੀਟਲ ਇੰਟਰੋਡਿਊਸ ਇਨ ਦਾ ਬਿਜ਼ਨਸ। ਐਡੀਸ਼ਨਲ ਕੈਪੀਟਲ ਇੰਟਰੋਡਿਊਸ ਇਨ ਦਾ ਬਿਜ਼ਨਸ ਸੇਮ ਐਂਟਰੀ ਹੋਏਗੀ ਤੁਹਾਡੀ। ਕੈਸ਼ ਬਿਜ਼ਨਸ ਦੇ ਵਿੱਚ ਆਇਆ ਤਾਂ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ। ਕੈਪੀਟਲ ਦੀ ਜਗ੍ਹਾ 'ਤੇ ਤੁਸੀਂ ਐਡੀਸ਼ਨਲ ਕੈਪੀਟਲ ਵੀ ਲਿਖ ਸਕਦੇ ਹੋ। ਜਿੰਨੀ ਅਮਾਊਂਟ ਆਈ ਹੈ ਫਿਰ ਤੁਸੀਂ ਉਹ ਡੈਬਿਟ ਅਤੇ ਕ੍ਰੈਡਿਟ ਦੋਨੋਂ ਸਾਈਡ 'ਤੇ ਹੀ ਲਿਖ ਦੋਗੇ। ਡੈਬਿਟ ਸਾਈਡ 'ਤੇ ਵੀ ਅਤੇ ਕ੍ਰੈਡਿਟ ਸਾਈਡ 'ਤੇ ਵੀ। 24,800 24,800। ਓਕੇ ਜੀ। ਹਾਂਜੀ, ਨੈਕਸਟ ਆਪਣਾ ਹੈਗਾ April 15। April 15 ਦੇ ਵਿੱਚ ਟ੍ਰਾਂਜੈਕਸ਼ਨ ਕੀ ਹੋਈ ਹੈ ਦੇਖੋ। ਲਾਈਫ ਇੰਸ਼ੋਰੈਂਸ ਪ੍ਰੀਮੀਅਮ ਪੇਡ 11,000। ਲਾਈਫ ਇੰਸ਼ੋਰੈਂਸ ਪ੍ਰੀਮੀਅਮ। ਹਾਂਜੀ, ਲਾਈਫ ਇੰਸ਼ੋਰੈਂਸ ਪ੍ਰੀਮੀਅਮ ਕਾਹਦੇ 'ਤੇ ਪੇ ਕੀਤਾ ਜਾਂਦਾ? ਪ੍ਰੋਪਰਾਈਟਰ ਦੀ ਲਾਈਫ ਦੇ ਉੱਪਰ। ਠੀਕ ਹੈ ਜੀ। ਜੇ ਲਾਈਫ ਦੇ ਉੱਪਰ ਪੇ ਕੀਤਾ ਇਟ ਮੀਨਸ ਉਹ ਪਰਸਨਲ ਯੂਜ਼ ਹੋ ਗਿਆ, ਉਹ ਕੋਈ ਬਿਜ਼ਨਸ ਦਾ ਖਰਚਾ ਨਹੀਂ ਹੋਇਆ। ਠੀਕ ਹੈ।
ਤਾਂ ਜੇ ਪਰਸਨਲ ਯੂਜ਼ ਹੋਇਆ ਇਟ ਮੀਨਸ ਪਰਸਨਲ ਯੂਜ਼ ਨੂੰ ਤੁਸੀਂ ਇੱਥੇ ਬਿਜ਼ਨਸ ਦੇ ਵਿੱਚ ਕੀ ਲਿਖ ਦਿੰਦੇ ਆ, ਡਰਾਇੰਗ। ਓਕੇ ਜੀ, ਤਾਂ ਇਸ ਟਾਈਮ ਤੇ ਵੀ ਤੁਸੀਂ ਲਿਖੋਗੇ ਡਰਾਇੰਗ ਅਕਾਊਂਟ ਡੈਬਿਟ ਟੂ ਕੈਸ਼। ਓਕੇ ਜੀ, ਕਿਉਂਕਿ ਤੁਸੀਂ ਪਰਸਨਲ ਯੂਜ਼ ਦੇ ਲਈ ਹੀ ਇਹਨੂੰ ਯੂਜ਼ ਕੀਤਾ ਹੈ। ਲਾਈਫ ਇੰਸ਼ੋਰੈਂਸ ਪ੍ਰੀਮੀਅਮ ਪੇ ਕੀਤਾ ਹੈ, ਇਟ ਮੀਨਸ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਤੁਸੀਂ ਪੇ ਕਾਹਦੇ 'ਤੇ ਕਰਦੇ ਹੋ, ਓਨਰ ਜਾਂ ਪ੍ਰੋਪਰਾਈਟਰ ਦੀ ਲਾਈਫ ਦੇ ਉੱਪਰ, ਜਿਹੜਾ ਕਿ ਉਹਦਾ ਉਹ ਬਿਜ਼ਨਸ ਦਾ ਖਰਚਾ ਨਹੀਂ ਹੋਇਆ, ਪਰਸਨਲ ਖਰਚਾ ਹੋਇਆ। ਠੀਕ ਹੈ ਜੀ, ਇਸ ਲਈ ਡਰਾਇੰਗ ਅਕਾਊਂਟ ਡੈਬਿਟ ਟੂ ਕੈਸ਼ 11,000। ਨੈਕਸਟ ਤੁਹਾਡੀ ਐਂਟਰੀ ਹੈਗੀ April 20। ਹਾਂਜੀ, April 20 ਦੇ ਵਿੱਚ ਦਿੱਤਾ ਹੋਇਆ ਪਰਸਨਲ ਕਾਰ ਇੰਟਰੋਡਿਊਸ ਇਨ ਦਾ ਬਿਜ਼ਨਸ 4,50,000। ਪਰਸਨਲ ਕਾਰ ਤੁਸੀਂ ਇੰਟਰੋਡਿਊਸ ਕੀਤੀ ਹੈ ਬਿਜ਼ਨਸ ਦੇ ਵਿੱਚ, ਇਟ ਮੀਨਸ ਤੁਸੀਂ ਬਿਜ਼ਨਸ ਦੇ ਵਿੱਚ ਲਗਾਈ ਹੈ। ਠੀਕ ਹੈ ਜੀ, ਜਦੋਂ ਬਿਜ਼ਨਸ ਦੇ ਵਿੱਚ ਕੋਈ ਵੀ ਚੀਜ਼ ਇੰਟਰੋਡਿਊਸ ਕਰਦੇ ਹਾਂ, ਚਾਹੇ ਕੈਸ਼ ਕਰਦੇ ਹਾਂ, ਕੋਈ ਐਸੈਟਸ ਕਰਦੇ ਹਾਂ, ਤਾਂ ਤੁਸੀਂ ਕੀ ਕਰੋਗੇ, ਉਹਦਾ ਨਾਮ ਲਿਖ ਦੋਗੇ। ਹੁਣ ਕਾਰ ਇੰਟਰੋਡਿਊਸ ਕੀਤੀ ਹੈ ਤਾਂ ਕਾਰ ਅਕਾਊਂਟ ਡੈਬਿਟ ਟੂ ਕੈਪੀਟਲ। ਠੀਕ ਹੈ ਜੀ, ਟੂ ਕੈਪੀਟਲ ਅਕਾਊਂਟ। ਅਮਾਊਂਟ ਤੁਸੀਂ ਪਾ ਦੋਗੇ ਡੈਬਿਟ ਕਾਲਮ ਐਂਡ ਕ੍ਰੈਡਿਟ ਕਾਲਮ ਦੋਨੋਂ ਸਾਈਡ 'ਤੇ। ਹਾਂਜੀ ਬੇਟਾ, ਇਹ ਗੱਲ ਨੂੰ ਬਹੁਤ ਧਿਆਨ 'ਚ ਰੱਖਣਾ ਹੈ ਤੁਸੀਂ, ਜਦੋਂ ਵੀ ਬਿਜ਼ਨਸ ਦੇ ਵਿੱਚ ਕੋਈ ਚੀਜ਼ ਇੰਟਰੋਡਿਊਸ ਕੀਤੀ ਜਾਂਦੀ ਹੈ, ਚਾਹੇ ਉਹ ਤੁਸੀਂ ਕੈਸ਼ ਇੰਟਰੋਡਿਊਸ ਕਰਦੇ ਹੋ, ਚਾਹੇ ਕੋਈ ਐਸੈਟਸ ਇੰਟਰੋਡਿਊਸ ਕਰਦੇ ਹੋ, ਤਾਂ ਹਮੇਸ਼ਾ ਉਹਨੂੰ ਡੈਬਿਟ ਸਾਈਡ 'ਤੇ ਹੀ ਲਿਖਣਾ ਹੁੰਦਾ ਅਤੇ ਟੂ ਕਰਕੇ ਕੈਪੀਟਲ ਹੀ ਲਿਖਣਾ ਹੁੰਦਾ, ਕਿਉਂਕਿ ਉਹ ਤੁਸੀਂ ਐਜ਼ ਏ ਕੈਪੀਟਲ ਇੰਟਰੋਡਿਊਸ ਕਰਨੇ ਆ, ਬਿਜ਼ਨਸ ਉਹਦੇ ਨਾਲ ਸਟਾਰਟ ਕਰ ਰਹੇ ਹੋ, ਬਿਜ਼ਨਸ ਦੇ ਵਿੱਚ ਇੱਕ ਇਨਵੈਸਟਮੈਂਟ ਹੋ ਰਹੀ ਹੈ ਤੁਹਾਡੀ। ਓਕੇ ਜੀ, ਅਤੇ ਜਦੋਂ ਤੁਸੀਂ ਬਿਜ਼ਨਸ ਦੇ ਵਿੱਚੋਂ ਪੈਸੇ ਕਢਵਾਉਂਦੇ ਹੋ ਅਤੇ ਉਹ ਪਰਸਨਲ ਯੂਜ਼ ਲਈ ਕਢਵਾ ਰਹੇ ਹੋ, ਤਾਂ ਇਸ ਚੀਜ਼ ਦਾ ਧਿਆਨ ਰੱਖਿਓ, ਪਰਸਨਲ ਯੂਜ਼ ਨੂੰ ਤੁਸੀਂ ਡਰਾਇੰਗ ਹੀ ਲਿਖਣਾ ਹੁੰਦਾ ਹੈ। ਓਕੇ ਜੀ, ਅਤੇ ਜੇ ਤੁਸੀਂ ਕੈਸ਼ ਕਢਵਾ ਰਹੇ ਹੋ ਤਾਂ ਟੂ ਕੈਸ਼, ਜੇ ਤੁਸੀਂ ਕਾਰ ਕਢਵਾ ਰਹੇ ਹੋ ਤਾਂ ਟੂ ਕਾਰ, ਜੇ ਕੋਈ ਐਸੈਟਸ ਕਢਵਾ ਰਹੇ ਹੋ ਤਾਂ ਟੂ ਐਸੈਟਸ। ਠੀਕ ਹੈ ਜੀ, ਜਿਹੜੀ ਚੀਜ਼ ਕਢਵਾ ਰਹੇ ਹੋ ਟੂ ਕਰਕੇ ਉਸਨੂੰ ਲਿਖ ਦੋਗੇ, ਅਤੇ ਡੈਬਿਟ ਕਰਕੇ ਤੁਸੀਂ ਡਰਾਇੰਗ ਹੀ ਪਾਓਗੇ ਜਦੋਂ ਵੀ ਬਿਜ਼ਨਸ ਦੇ ਵਿੱਚੋਂ ਤੁਸੀਂ ਪਰਸਨਲ ਯੂਜ਼ ਦੇ ਲਈ ਕੋਈ ਚੀਜ਼ ਵਿਡਰਾ ਕਰਵਾਉਂਦੇ ਹੋ। ਓਕੇ ਬੇਟਾ, ਇਹਦੇ ਨਾਲ ਤੁਹਾਡਾ ਜਿਹੜਾ ਇਹ ਕੁਐਸਚਨ ਸੋਲਵ ਹੋ ਗਿਆ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।